ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸੇਖ ਫਰੀਦ ਜੀ ਕੇ ਭਾਗ 87ਵਾਂ। ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਕੰਨੀ ਬੁਝੇ ਦੇ ਰਹਾ, ਕੀਤੀ ਬੱਗੇ ਪਾਉਣ। ਫਰੀਦਾ ਇਹੋ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਕੰਨੀ ਬੁਝੇ ਦੇ ਰਹਾ, ਕਿੱਥੀ ਬੱਗੇ ਪਾਉਣ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ ਵੀ ਜਦੋਂ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਜਦੋਂ ਲਿਵ ਛੁੱਟਦੀ ਆ ਆਪਣੀ ਦੁਆਪੁਰ ਗਰਭ ਦੇ ਵਿੱਚੋਂ, ਤਾਂ ਅਸੀਂ ਜਨਮ ਲੈਂਦੇ ਹਾਂ ਸੰਸਾਰ ਦੇ ਵਿੱਚ। ਬੱਚਾ ਰੋਂਦਾ ਜਦੋਂ ਹੁਕਮ ਨਾਲ ਟੁੱਟਦਾ ਵਾ, ਫਿਰ ਮਾਇਆ ਦੀ ਤ੍ਰਿਸ਼ਨਾ ਲੱਗ ਜਾਂਦੀ ਹੈ। ਟੁੱਟਦਾ ਜੁੜਦਾ ਸੰਸਾਰ ਨਾਲ ਜੁੜ ਜਾਂਦਾ, ਕੁਦਰਤ ਨੂੰ ਭੁੱਲ ਜਾਂਦਾ। ਕੁਦਰਤ ਤਾਂ ਸਰਬ ਵਿਆਪੀ ਹੈ, ਕੁਦਰਤ ਕਿਤੇ ਨਹੀਂ ਗਈ, ਉਹ ਬਹੁਤ ਨੇੜੇ ਹੈ, ਸਾਡੀ ਪਕੜ 'ਚੋਂ ਚਲੀ ਗਈ। ਸਾਨੂੰ ਸਮਝ ਨਹੀਂ ਆਉਂਦੀ, ਗੁਰਬਿਨ ਸਮਝ ਨਾ ਆਵੇ। ਹੁਣ ਗੁਰੂ ਸ਼ਬਦ ਦਾ ਆਪਾਂ ਗਿਆਨ ਲੈਣਾ, ਫਿਰ ਆਪਾਂ ਨੂੰ ਸਮਝ ਆ ਜਾਣੀ ਹੈ। ਪਰ ਆਪਾਂ ਤਾਂ ਆਪ ਹੀ ਗੁਰੂ ਬਣ ਗਏ, ਆਪ ਹੀ ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਕਰ ਲਈਆਂ। ਨਹੀਂ ਭਾਈ, ਇਹ ਤਾਂ ਸਾਰਾ ਕਾਲ ਦਾ ਤਮਾਸ਼ਾ ਹੈ। ਚੌਪਈ ਸਾਹਿਬ ਵੀ ਆਪਾਂ ਰੋਜ਼ ਕਰਦੇ ਹਾਂ, ਸਗਲ ਕਾਲ ਕਾ ਕੀਆ ਤਮਾਸ਼ਾ। ਬੁੱਧੀ ਮਨ ਨੂੰ ਖੁਸ਼ ਕਰਨ 'ਚ ਲੱਗੀ ਰਹਿੰਦੀ ਹੈ, ਉਹਦੀਆਂ ਆਦਤਾਂ ਵਿਗੜ ਜਾਂਦੀਆਂ ਨੇ ਬੱਚੇ ਦੀਆਂ, ਜਿਵੇਂ ਮਾਂ ਬੱਚੇ ਨੂੰ ਵਿਗਾੜ ਦਿੰਦੀ ਹੈ। ਫਿਰ ਇੱਕ ਦਿਨ ਐਸਾ ਆਉਂਦਾ ਵਾ, ਇਹ ਭੂਤ ਬੋਤਲ 'ਚੋਂ ਨਿਕਲ ਜਾਂਦਾ ਹੈ, ਬੁੱਧੀ ਦੇ ਆਖੇ ਨਹੀਂ ਲੱਗਦਾ। ਫਿਰ ਜਦੋਂ ਗੁਰਸ਼ਬਦ ਦੇ ਗਿਆਨ ਨਾਲ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ ਦਾਤੇ ਦੀ, ਅਸੀਂ ਬਾਣੀ ਨਾਲ ਜੁੜਦੇ ਹਾਂ, ਫਿਰ ਬੁੱਧੀ ਨੂੰ ਸਮਝ ਆਉਂਦੀ ਹੈ ਭੂਤ ਨੂੰ ਮੈਂ ਤਾਂ ਬਹੁਤ ਸਿਰ ਚੜਾ ਲਿਆ, ਮੈਂ ਜਾਣਿਆ ਬੜਾ ਹੰਸ ਹੈ। ਤੀਜੀ ਪਾਤਸ਼ਾਹ ਦੇ ਵਚਨ ਨੇ, ਉਹ ਮਨਾ ਮੈਂ ਤਾਂ ਤੈਨੂੰ ਹੰਸ ਸਮਝਦੀ ਰਹੀ, ਬਹੁਤ ਸਿਆਣਾ ਤੂੰ ਤਾਂ ਬੰਗਲਾ ਭਗਤ ਨਿਕਲਿਆ, ਡੱਡਾ ਖਾਣਾ ਮਾਇਆ ਧਾਰੀ। ਫਿਰ ਇਹ ਉਸ ਤੋਂ ਬਾਅਦ ਇਹ ਅਵਸਥਾ ਸ਼ੁਰੂ ਹੁੰਦੀ, ਆਪਾਂ ਵੀ ਭਾਈਏ ਪ੍ਰਾਪਤ ਕਰਨੇ ਆ। ਫਿਰ ਉਸ ਅਵਸਥਾ ਜਾ ਕੇ ਬੁੱਧੀ ਮਨ ਦੀ ਸੁਣਦੀ ਨਹੀਂ ਹੈਗੀ। ਮਨ ਜੀਤੇ ਜਗ ਜੀਤ, ਬੁੱਧੀ ਫਿਰ ਮਨ ਨੂੰ ਬਸ ਕਰ ਲੈਂਦੀ ਹੈ, ਭੂਤ ਨੂੰ ਬੋਤਲ 'ਚ ਫਿਰ ਦੁਬਾਰਾ ਪਾ ਲੈਂਦੀ ਹੈ। ਇਹੀ ਵਿਧੀ ਹੈ ਭੂਤ ਨੂੰ ਬੋਤਲ 'ਚ ਪਾਉਣ ਦੀ, ਫਿਰ ਆਪਾਂ ਵਾਪਸ ਜਾਣਾ। ਇਹ ਤੋਂ ਕਿੰਨੇ ਕਿੰਨੇ ਭਰਮ ਪੈ ਗਏ, ਉਹ ਮੜੀਆਂ ਕੀਲਦੇ ਨੇ ਮੁਸਲਮਾਨ, ਭੂਤ ਕੱਢ ਕੇ ਕਹਿੰਦੇ ਬੋਤਲ 'ਚ। ਕਿਹਨੇ ਦੇਖਿਆ? ਸਭ ਭਰਮ, ਸ਼ੈਤਾਨ ਹੈ ਮਨ, ਆਪਦੀ ਚਲਾਉਣਾ ਚਾਹੁੰਦਾ। ਫਿਰ ਕੀ ਹੈ? ਸਭ ਕਾਲ ਦਾ ਤਮਾਸ਼ਾ ਹੈ। ਚੌਪਈ ਸਾਹਿਬ ਸਤਿਗੁਰ ਸਮਝਾਉਂਦੇ ਆ, ਸਗਲ ਕਾਲ ਕਾ ਕੀਆ ਤਮਾਸ਼ਾ। ਜੋ ਦੇਖ ਰਹੇ ਤਮਾਸ਼ਾ ਹੈ, ਜਿੱਥੇ ਜੀ ਕਰੂ ਕਾਲ ਮਾਰੂਗਾ ਭਾਈ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਛੱਡਣਾ ਨਹੀਂ ਉਹਨੇ ਆਪਾਂ ਨੂੰ, ਆਪਾਂ ਗੁਰੂ ਦੀ ਸ਼ਰਨ ਜਾਣਾ ਵਾ। ਸਰੀਰ 'ਚ ਰਹਿੰਦੇ ਜਿੰਨੀ ਨਾਮ ਤੇ ਆਇਆ, ਗਹੀ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਐਸੇ ਗੁਰਸਿੱਖਾਂ ਦਾ ਕਿੰਨੇ ਹੋਰ ਨਿਕਲ ਜਾਂਦੇ ਆ ਭਾਈ। ਆਪਾਂ ਵੀ ਪਹੁੰਚਣਾ ਉੱਥੇ, ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਬੁੱਧੀ ਕਹਿੰਦੀ ਮੈਂ ਤੇਰੀ ਗੱਲ ਸੁਣਨੀ ਹੀ ਨਹੀਂ। ਹੁਣ ਨਵੇਂ ਨਵੇਂ ਗਿਆਨ ਲਿਆ ਕੇ ਫਲਾਨਾ ਬਾਬਾ ਪਹੁੰਚਿਆ ਹੈ, ਉੱਥੇ ਆਹ ਹੋ ਗਿਆ, ਉੱਥੇ ਆਹ ਹੋ ਗਿਆ। ਫਿਰ ਬੁੱਧੀ ਸੁਣਦੀ ਹੀ ਨਹੀਂ ਹੈਗੀ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਬੁੱਧੀ ਨੂੰ। ਬ੍ਰਹਮ 'ਚ ਲੀਨ ਕਿਵੇਂ ਹੋਣਾ, ਆਪਦੇ ਮੂਲ ਹਰ 'ਚ ਕਿਵੇਂ ਲੀਨ ਹੋਣਾ। ਫਿਰ ਬੁੱਧੀ ਮਨ ਦੀ ਸੁਣਦੀ ਨਹੀਂ, ਉਦੋਂ ਬਾਅਦ ਮਨ ਚੁੱਪ ਕਰਦਾ ਹੈ। ਇਹ ਮਨ ਨੂੰ ਬਸ ਕਰਨ ਦੀ ਵਿਧੀ ਹੈ ਭਾਈ। ਮਨ ਵਸਾਵੇ ਨਾਨਕਾ, ਜੇ ਪੂਰਨਪੁਰ ਕਿਰਪਾ ਹੋਏ। ਗਿਆਨ ਕਾ ਵਧਾ ਮਨ ਰਹੇ। ਗੁਰਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਣਾ, ਮਨ ਟਿਕੇ ਤੋਂ ਬਿਨਾਂ ਤੁਹਾਨੂੰ ਕਾਲ ਨਹੀਂ ਛੱਡਣਾ ਭਾਈ। ਫਿਰ ਬੁੱਧੀ ਸੁਣਦੀ ਹੀ ਨਹੀਂ। ਫਰੀਦਾ ਉਹ ਤਨ ਭੌਂਕਣਾ, ਨਿਤ ਨਿਤ ਦੁਖੀਏ ਕੌਣ। ਕੰਨੀ ਬੁਝੇ ਦੇ ਰਹਾ, ਕੀਤੀ ਬੱਗੇ ਪਾਉਣ। ਕਿੰਨਾ ਬੋਲੀ ਜਾਵੇ, ਰੌਲਾ ਪਾਈਏ, ਬੁੱਧੀ ਸੁਣਦੀ ਹੀ ਨਹੀਂ ਹੈਗੀ। ਆਪਾਂ ਸਤਿਗੁਰਾਂ ਦੇ ਵਚਨ ਫਿਰ ਲੈ ਲਈਏ, ਨੌਵੇਂ ਪਾਤਸ਼ਾਹ ਦੇ, ਰਾਗ ਗੌੜੀ ਮਹੱਲਾ 9, ਆਪਾਂ ਨੂੰ ਹੋਰ ਸਮਝ ਆ ਜਾਵੇ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਂ ਤੇ ਐ ਨਿਸਭਾਗੋ। ਐ ਸਮਝਾਉਂਦੇ ਸਤਿਗੁਰ ਸੰਸਾਰੀ ਸਾਧਾਂ ਨੂੰ, ਭੇਖਧਾਰੀਆਂ ਨੂੰ, ਉਹ ਭਾਈ ਇਹ ਮਨ ਦਾ ਹੰਕਾਰ ਤਿਆਗ ਦਿਓ, ਇਹ 'ਚ ਕੁਛ ਨਹੀਂ ਹੈਗਾ। ਸੰਸਾਰ ਤਾਂ ਤੁਹਾਨੂੰ ਮੰਨਣ ਲੱਗ ਜੂ, ਪਰ ਕਾਲ ਨੇ ਵੀ ਤਾਂ ਫੜ ਕੇ ਲੈ ਜਾਣਾ। ਦੇਖਦੇ ਹਾਂ ਗੁਰੂ ਪੀਰਾਂ ਦਾ ਕੀ ਹਾਲ ਆ। ਫਿਰ ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਹਦੀ ਸਾਡੀ ਸੰਗਤ ਹੈ? ਵਿਕਾਰਾਂ ਦੀ। ਸਰੀਰ ਕਰਕੇ ਪੂਰਨ ਹੋ ਜਾਣੇ। ਦਿਨ ਰਾਤ ਕਹਿੰਦੇ ਖਿਆਲ ਰੱਖੋ, ਇਹ ਤੋਂ ਦੂਰ ਰਹੋ, ਭਾਗੋ, ਇਹ ਛੱਡ ਦਿਓ। ਰਹਾਓ ਸੁਖ ਦੁਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ। ਤਿੰਨ ਜਗ ਤੱਤ ਪਸਾਨਾ। ਕੀ ਸਮਝਾਉਂਦੇ ਆ ਸਤਿਗੁਰ ਭਾਈ? ਜਿਹੜੇ ਗੁਰਸ਼ਬਦ ਦੀ ਕਮਾਈ ਕਰਦੇ ਨੇ, ਗੁਰਸਿੱਖ ਬਣ ਜਾਂਦੇ ਨੇ, ਸ਼ਬਦ ਦੀ ਵਿਚਾਰ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੀ ਅਵਸਥਾ ਬਾਰੇ ਸਤਿਗੁਰ ਸਮਝਾ ਰਹੇ ਨੇ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ। ਸੁੱਖ ਦੁੱਖ ਬਰਾਬਰ। ਕਿਸੇ ਨੇ ਇੱਜ਼ਤ ਕਰਤੀ ਤਾਂ ਖੁਸ਼ੀ ਨਹੀਂ, ਕਿਸੇ ਨੇ ਵਿਰੋਧ ਕਰਤਾ ਤਾਂ ਕ੍ਰੋਧ ਨਹੀਂ ਆਇਆ।
ਹਰ ਖੁਸ਼ੀ ਗਮੀ ਬਰਾਬਰ ਅਤੀ ਤਾਂ ਨਿਰਲੇਪ ਰਹਿੰਦੇ ਨੇ ਸੰਸਾਰ ਤੋਂ, ਤਿੰਨ ਜੱਗ ਤੱਤ ਪਸਾਨਾ। ਉਹ ਜੱਗ ਨੂੰ ਸਮਝਦੇ ਨੇ ਸੱਚ ਕੀ ਹੈ ਤੇ ਝੂਠ ਕੀ ਹੈ। ਆਪਾਂ ਵੀ ਤਾਂ ਇਹ ਅਵਸਥਾ ਪ੍ਰਾਪਤ ਕਰਨੀ ਆ ਭਾਈ। ਆਪਾਂ ਤਾਂ ਆਪਦੇ ਆਪ ਹੀ ਪੂਰਨ ਹੋਏ ਬੈਠੇ ਹਾਂ। ਉਸਤਤ ਨਿੰਦਾ ਦਊ ਤਿਆਗੇ, ਖੋਜੇ ਪਦ ਨਿਰਵਾਨਾ। ਜਾਂ ਨਾਨਕੇ ਖੇਲ ਕਠਨ ਹੈ, ਕਿਨੂੰ ਗੁਰਮੁਖ ਹੋਏ ਜਾਨਾ। ਉਸਤਤ ਆਪਦੀ ਕਰਾਉਣੀ ਛੱਡਣੀ ਹੈ ਭਾਈ। ਨਿੰਦਾ ਹੁਕਮ ਦਾ ਵਿਰੋਧ ਛੱਡਣਾ ਹੈ। ਜੋ ਹੋ ਰਿਹਾ ਨੂੰ ਸੱਤ ਕਰਕੇ ਮੰਨਣਾ, ਫੇਰ ਹੀ ਪਹੁੰਚਾਂਗੇ ਉਹ ਦਰ 'ਤੇ। ਉਸਤਤ ਨਿੰਦਾ ਦਊ ਤਿਆਗੇ, ਖੋਜੇ ਪਦ ਨਿਰਵਾਨਾ। ਜਾਂ ਨਾਨਕੇ ਖੇਲ ਕਠਨ ਹੈ। ਖੇਲ ਤਾਂ ਕਠਨ ਹੈ ਭਾਈ। ਕਠਨ ਕਿਉਂ ਹੈ? ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਪਰ ਅਸੀਂ ਤਾਂ ਆਪਦੇ ਆਪ ਨੂੰ ਪੂਰਨ ਮੰਨੀ ਬੈਠੇ ਹਾਂ। ਇਹ ਗੁਰ ਕੀ ਮਤ ਲੈਣੀ ਆ ਆਪਾਂ। ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਬੈ ਡੂਬੇ ਸਿਆਣੇ। ਇਹ ਲੈਣੀ ਆ ਭਾਈ ਆਪਾਂ। ਆਪਦੀ ਮਤ ਦਾ ਤਿਆਗ ਕਰਨਾ ਹੈ। ਆਪਦੀ ਮਤ ਦਾ ਤਿਆਗ ਹੋ ਜਾਂਦਾ ਜਦੋਂ ਅਸੀਂ ਇਹ ਵਿਚਾਰਧਾਰਾ ਨਾਲ ਜੁੜਦੇ ਹਾਂ। ਸਾਡੀ ਮਤ ਤਾਂ ਲੱਭਦੀ ਹੀ ਨਹੀਂ ਹੈਗੀ। ਗੁਣ ਗਾਵਤ ਤੇਰੀ ਉਤਰੇ ਸੰਭੈਲ, ਬਿਨ ਸਜਾਏ ਹਉਮੈ ਬਿਖ ਫੈਲ। ਜਿਹੜਾ ਸਮਝ ਤਾਂ ਸਹੀ ਬਾਣੀ ਦੀ ਵਿਚਾਰ ਨਾ, ਜਿਹੜਾ ਤੇਰਾ ਹੰਕਾਰ ਇੱਕ ਮਿੰਟ 'ਚ ਨਾ ਲੈ ਜਾਵੇ। ਉਸਤਤ ਨਿੰਦਾ ਦਊ ਤਿਆਗੇ, ਖੋਜੇ ਪਦ ਨਿਰਵਾਨਾ। ਨਿਰਵਾਣਾ ਹੁੰਦਾ ਨਿਰਾਕਾਰ ਭਾਵ, ਮਨ ਬੁੱਧੀ ਦੀ ਸੋਚ ਤੋਂ ਵੀ ਪਰੇ। ਇਹ ਉਹ ਮਾਰਗ ਹੈ ਭਾਈ। ਬਿਨ ਅੱਖੀਂ ਦੇਖਣਾ, ਅੱਖਾਂ ਦਾ ਕੋਈ ਵਿਸ਼ਾ ਨਹੀਂ ਇਹਦੇ ਵਿੱਚ ਵਿਚਾਰਨ ਦਾ, ਪੜ੍ਹਨ ਦਾ ਹੈਗਾ। ਜੇ ਅੱਖਾਂ ਵੀ ਹੈ ਨਹੀਂ, ਸੁਣਨ ਨਾਲ ਵੀ ਇਹਦੀ ਪ੍ਰਾਪਤੀ ਹੋ ਸਕਦੀ ਹੈ। ਜੇ ਸੁਣਨ ਨਾਲ ਕੰਨ ਵੀ ਨਾ ਹੋਣ, ਉਹਦੀ ਕਿਰਪਾ ਰਹਿਮਤ ਹੋ ਜੇ ਤਾਂ ਵੀ ਅੰਦਰੋਂ ਪ੍ਰਾਪਤੀ ਹੋ ਜਾਂਦੀ। ਕਿਰਪਾ ਲੈਣੀ ਹੈ ਭਾਈ। ਬਿਨ ਅੱਖੀਂ ਦੇਖਣਾ, ਬਿਨ ਕੰਨੀ ਸੁਣਨਾ, ਬਿਨ ਪੈਰੀਂ ਚੱਲਣਾ, ਬਿਨ ਜੀਭੇ ਬੋਲਣਾ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਫਿਰ ਇਹ ਹੁਕਮ ਪਛਾਣ ਕੇ ਉਹ ਖਸਮ ਦਾ ਦਰਸ਼ਨ ਹੁੰਦਾ ਹੈ, ਨਾਮ ਦਾ, ਕੁਦਰਤ ਦਾ। ਇਹ ਪਦ 'ਤੇ ਆਪਾਂ ਚੱਲਣਾ, ਇਹਨੂੰ ਖੋਜਣਾ, ਵਿਚਾਰਨਾ ਵਾ। ਜਾਂ ਨਾਨਕੇ ਖੇਲ ਕਠਨ ਹੈ। ਕਠਨ ਤਾਂ ਵਾ ਭਾਈ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਕਿਰਪਾ ਲੈਣੀ ਆ ਦਾਤੇ ਦੀ। ਤੁਮਰੀ ਕਿਰਪਾ ਤੇ ਮੋਹ ਮਨ ਛੋਟੇ, ਬਿਨ ਸਜਾਏ ਪਰਮਾਈ। ਇਹ ਦਾਤਾ ਜਦੋਂ ਤੂੰ ਕਿਰਪਾ ਰਹਿਮਤ ਕਰਦਾ, ਤੇਰੀ ਕਿਰਪਾ ਤੋਂ ਇਸ ਸੰਸਾਰ 'ਚੋਂ ਤਿਆਗ ਹੋ ਜਾਵੇ, ਕਦੇ ਵੀ ਨਹੀਂ ਹੋ ਸਕਦਾ। ਭਰਮ ਫਿਰ ਜਾਂਦਾ ਜਦੋਂ ਤੇਰੀ ਕਿਰਪਾ ਰਹਿਮਤ ਹੁੰਦੀ ਹੈ। ਗੁਰ ਪ੍ਰਸਾਦ ਭਰਮ ਕਾ ਨਾਸ। ਇਹ 'ਚੋਂ ਆਪਾਂ ਨੂੰ ਕੀ ਪ੍ਰਾਪਤ ਹੋਣਾ? ਗੁਰ ਪ੍ਰਸਾਦ, ਆਤਮਾ ਦਾ ਖੁਰਾਕ, ਆਤਮਾ ਦੀ ਖੁਰਾਕ ਕਹਿ ਲਈਏ। ਗੁਰ ਪ੍ਰਸਾਦ ਗਿਆਨ। ਫਿਰ ਸਾਡਾ ਭਰਮ ਦਾ ਨਾਸ ਹੁੰਦਾ ਹੈ। ਫਿਰ ਮਨ ਬੁੱਧੀ ਤਿਆਗ ਕਰਕੇ ਆਪਦੇ ਦੇਵਲੋਕ ਫਿਰ ਵਾਪਸੀ ਉੱਥੇ ਹੀ ਚਲੇ ਜਾਂਦੇ ਨੇ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹਨੂੰ ਹਰਿਦੁਆਰ ਵੀ ਕਿਹਾ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਉੱਥੇ ਧਿਆਨ ਨਹੀਂ ਜਾਣਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਜਦੋਂ ਅਸੀਂ ਸੰਸਾਰ 'ਚ ਮੋਹ ਮਾਇਆ ਦਾ ਤਿਆਗ ਕਰ ਦਿੰਦੇ ਹਾਂ ਗੁਰ ਸ਼ਬਦ ਦੇ ਵਿਚਾਰ ਤੋਂ ਬਾਅਦ, ਫਿਰ ਉੱਥੇ ਪਹੁੰਚ ਸਕਦੇ ਹਾਂ। ਧਿਆਨ ਕਰਕੇ ਸਰੀਰ 'ਚ ਰਹਿੰਦੇ ਰਹਿੰਦੇ ਆਪਾਂ ਪਹੁੰਚਣਾ ਭਾਈ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।